परम सत्कारयोग गुरु खालसा गुरु रूप साध संगत जीओ। दास वल्लों बुलाई फतेह प्रवान करो जी। वाहिगुरु जी का खालसा श्री वाहिगुरु जी की फतेह। कलयुग दे अवतार जगत गुरु सतगुरु नानक देव जी सच्चे पातशाह जी दे वड्डे साहिबजादे बाल जती बाबा श्री चंद्र जी की अपार किरपा बख्शिश ਅਤੇ ਹੁਕਮ ਸਦਕਾ ਬਾਬਾ ਸ਼੍ਰੀ ਚੰਦਰ ਜੀ ਦੀ ਜੀਵਨ ਸਾਖੀ, ਜੀਵਨ ਕੌਤਕ ਅਤੇ ਜੀਵਨ ਝਲਕੀਆਂ ਗੁਰੂ ਰੂਪ ਸਾਧ ਸੰਗਤ ਜੀ ਅੱਗੇ ਲੈ ਕੇ ਹਾਜ਼ਰ ਹੋਏ ਹਾਂ। ਅੱਜ ਦੇ ਸਮੇਂ ਵਿੱਚ ਉਦਾਸੀਨ ਸੰਪਰਦਾ ਬਹੁਤ ਹੀ ਨਾਜ਼ੁਕ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਹੈ। ਸੋ ਉਮੀਦ ਕਰਦੇ ਹਾਂ ਕਿ ਆਪ ਜੀ ਖੁਦ ਸਰਵਣ ਕਰੋਗੇ ਅਤੇ ਹੋਰ ਸੰਗਤਾਂ ਤੱਕ ਪਹੁੰਚਾਓਗੇ, ਹੋਰਾਂ ਸੰਗਤਾਂ ਨੂੰ ਵੀ ਸਰਵਣ ਕਰਵਾਓਗੇ ਤਾਂ ਜੋ ਬਾਬਾ ਸ਼੍ਰੀ ਚੰਦਰ ਜੀ ਦਾ ਵੱਧ ਤੋਂ ਵੱਧ ਸਤਿਕਾਰ ਹੋ ਸਕੇ, ਗੁਣਗਾਨ ਹੋ ਸਕੇ ਅਤੇ ਉਦਾਸੀ ਸਿੱਖਾਂ ਨੂੰ, ਬਾਬਾ ਸ਼੍ਰੀ ਚੰਦਰ ਜੀ ਦੇ ਪ੍ਰੇਮੀਆਂ ਨੂੰ, ਭਗਤਾਂ ਪਿਆਰਿਆਂ ਨੂੰ ਪੁਰਾਤਨ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਜਦੋਂ ਭਾਰਤ ਵਿੱਚ ਚਾਰੋਂ ਪਾਸੇ ਚੀਕਾਂ ਪੁਕਾਰਾਂ ਸੁਣਦੀਆਂ ਸਨ, ਪਰਜਾ ਗਊ ਗਰੀਬ ਨੂੰ ਦੁਖੀ ਕਰ ਰਹੇ ਸਨ, ਥਾਂ ਥਾਂ ਤੇ ਅਤਿਆਚਾਰ ਹੋ ਰਹੇ ਸਨ, ਉਸ ਸਮੇਂ ਜ਼ੁਲਮ ਦੀ ਕਾਲੀ ਬੋਲੀ ਰਾਤ ਵਿੱਚ ਸਾਹਿਬ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਬਾਬਾ ਸ਼੍ਰੀ ਚੰਦਰ ਜੀ ਦਾ ਪ੍ਰਕਾਸ਼ ਹੋਇਆ। ਆਪ ਦਾ ਜਨਮ ਮਾਤਾ ਸੁਲੱਖਣੀ ਜੀ ਦੀ ਪਵਿੱਤਰ ਗੋਦ ਵਿੱਚ ਸੰਮਤ 1551 ਭਾਦਰੋਂ ਮਹੀਨੇ ਦੇ ਚਾਨਣੇ ਪੱਖ ਦੀ ਨਾਵੀ ਨੂੰ ਦਿਨ ਸ਼ੁੱਕਰਵਾਰ 5 ਘੜੀਆਂ ਦਿਨ ਚੜ੍ਹੇ ਹੋਇਆ। ਅਰਸ਼ ਤੇ ਫਰਸ਼ ਨੂਰੋ ਨੂਰ ਹੋ ਗਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭੈਣ ਨਾਨਕੀ ਜੀ ਪਾਸ ਸੁਲਤਾਨਪੁਰ ਰਹਿੰਦੇ ਸਨ। ਭਾਈਏ ਜੈ ਰਾਮ ਨੇ ਇਸ ਬਾਲਕ ਦੀ ਖਬਰ ਨਾਨਕੇ ਤੇ ਦਾਦਕੇ ਪਰਿਵਾਰ ਨੂੰ ਪੱਖੋ ਕੇ ਬਟਾਲੇ ਵਿੱਚ ਦਿੱਤੀ। ਜ਼ਿਲ੍ਹਾ ਗੁਰਦਾਸਪੁਰ ਤੋਂ ਨਾਨਾ ਮੂਲ ਚੰਦ ਜੀ, ਨਾਨੀ ਚੰਦੋ ਰਾਣੀ, ਨਾਲ ਪ੍ਰੇਮੋ ਮਹਿਰੀ ਤੇ ਤਲਵੰਡੀਓਂ ਬਾਬਾ ਕਾਲੂ ਮੱਲ ਜੀ, ਦਾਦੀ ਤ੍ਰਿਪਤਾ ਜੀ ਮਰਦਾਨੇ ਮਰਾਸੀ ਸਣੇ ਆਏ ਤੇ ਬਾਰਠ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਨਕੇ ਨਾਨਾ ਰਾਮਾ ਜੀ, ਨਾਨੀ ਸਭਰਾਈ ਜੀ ਤੇ ਮਾਮਾ ਕ੍ਰਿਸ਼ਨਾ ਜੀ ਵੀ ਆਏ। ਸਭ ਨੇ ਆਣ ਵਧਾਈਆਂ ਦਿੱਤੀਆਂ ਤੇ ਲਈਆਂ ਵੀ। ਪਿਤਾ ਕਾਲੂ ਜੀ ਬਹੁਤ ਪ੍ਰਸੰਨ ਹੋਏ ਤੇ ਸਭ ਦਾ ਹੱਦੋਂ ਵੱਧ ਸਤਿਕਾਰ ਕੀਤਾ। ਦਾਦੀ ਤ੍ਰਿਪਤਾ ਜੀ ਦੀ ਆਤਮਾ ਪੋਤਰੇ ਦੇ ਦਰਸ਼ਨ ਕਰਕੇ ਤ੍ਰਿਪਤ ਹੋ ਗਈ। ਭੂਆ ਨਾਨਕੀ ਜੀ ਦੀ ਕੋਈ ਖੁਸ਼ੀ ਦੀ ਹੱਦ ਨਾ ਰਹੀ। ਚੰਨੋ ਸੋਹਣੇ ਭਤੀਜੇ ਸ਼੍ਰੀ ਚੰਦਰ ਜੀ ਨੂੰ ਭਰਜਾਈ ਸੁਲੱਖਣੀ ਦੀ ਗੋਦ ਦੇ ਵਿੱਚ ਨਾਨਕੀ ਦੇਖ ਕੇ ਪਿਤਾ ਕਾਲੂ ਜੀ ਨੂੰ ਕਹਿਣ ਲੱਗੀ, ਪਿਤਾ ਜੀ, ਮੇਰੇ ਨਾਨਕ ਵੀਰ ਦੇ ਘਰ ਖੁਦ ਪਰਮੇਸ਼ਰ ਨੇ ਅਵਤਾਰ ਲਿਆ ਹੈ। ਬਾਪੂ, ਤੂੰ ਬਹੁਤ ਉੱਚਿਆਂ ਭਾਗਾਂ ਵਾਲਾ ਹੈ, ਜਿਸ ਦੇ ਘਰ ਪਹਿਲਾਂ ਖੁਦ ਪਰਮੇਸ਼ਰ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਆਏ, ਹੁਣ ਨਾਨਕ ਦੇ ਘਰ ਪਰਮੇਸ਼ਰ ਇੱਕ ਤੋਂ ਅਨੇਕ ਕਲਾ ਧਾਰ ਕੇ ਸਾਹਿਬ ਸਤਿਗੁਰੂ ਨਾਨਕ ਦੇਵ ਜੀ ਦੇ ਘਰ ਸ਼੍ਰੀ ਚੰਦਰ ਜੀ ਦੇ ਰੂਪ ਵਿੱਚ ਪ੍ਰਤੱਖ ਹੋਏ ਹਨ। ਤੇਰਾ ਬੰਸ ਅਮਰ ਹੋ ਗਿਆ ਹੈ। ਤੇਰੇ ਲਾਲ ਦੇ 3 ਲੋਕ ਤਾਬਿਆਂ ਵਸ ਰਹੇ ਹਨ। ਤੇਰਾ ਪੋਤਰਾ ਖੰਡਾਂ ਬ੍ਰਹਿਮੰਡਾਂ ਦਾ ਮਾਲਕ, ਰਿਜ਼ਕ ਦਾ ਦਾਤਾ, ਰਿੱਧੀਆਂ ਸਿੱਧੀਆਂ ਦਾ ਭੰਡਾਰ ਹੈ। ਜਿਸ ਥਾਂ ਤੇ ਨੂਰੀ ਚਰਨ ਧਰੇਗਾ ਉਹ ਥਾਂ ਪੂਜਣ ਯੋਗ ਹੋ ਜਾਏਗੀ। ਉਸ ਥਾਂ ਦੀ ਮਿੱਟੀ ਨੂੰ ਜਿਹੜਾ ਮਸਤਕ ਤੇ ਲਾਏਗਾ ਉਸ ਦਾ ਜਨਮ ਮਰਨ ਕੱਟਿਆ ਜਾਵੇਗਾ। ਕੁਰਬਾਨ ਜਾਵਾਂ, ਅੱਜ ਮੇਰੇ ਸ਼ਹਿਰ ਸੁਲਤਾਨਪੁਰ ਦਾ ਜਰਰਾ ਜਰਰਾ ਇਸ ਲਾਲ ਦੀ ਚਰਨ ਛੋਹ ਨਾਲ ਕੋਹੇ ਨੂਰ ਬਣ ਗਿਆ ਹੈ। ਬਾਬਾ ਕਾਲੂ ਜੀ ਨੇ ਗਰੀਬਾਂ ਨੂੰ ਮੂੰਹ ਮੰਗੇ ਦਾਨ ਦਿੱਤੇ। ਭੰਡ, ਨਕਲੀਏ, ਲਾਗੀ ਸਭ ਖੁਸ਼ੀਆਂ ਨਾਲ ਭਰਪੂਰ ਹੋ ਕੇ ਜਾ ਰਹੇ ਸਨ। ਜਿਨ੍ਹਾਂ ਜਿਨ੍ਹਾਂ ਦਰਸ਼ਨ ਕੀਤਾ ਉਹੀ ਲੋਕ ਤਰ ਗਏ। ਕੰਨ ਵਿੱਚ ਮਾਂਸ ਦਾ ਮੁੰਦਰਾ ਅਤੇ ਸਿਰ ਤੇ ਸੁਨਹਿਰੀ ਬਾਬਰਨਾ ਵੇਖ ਵੇਖ ਕੇ ਸਭ ਲੋਕ ਨੈਣ ਠਾਰ ਰਹੇ ਸਨ। ਕੰਨ ਦੇ ਅੰਦਰ ਮਾਂਸ ਦਾ ਮੁੰਦਰਾ, ਸਿਰ ਤੇ ਸੋਹਣ ਜਟਾਵਾਂ ਨੇ, ਨੈਣਾਂ ਦੇ ਵਿੱਚ ਨਾਮ ਖੁਮਾਰੀ, ਦਿਲ ਵਿੱਚ ਸ਼ੁਭ ਇਸ਼ਾਵਾਂ ਨੇ, ਗੋਈ 84 ਕੱਟੀ ਜਿਨ੍ਹਾਂ ਨੇ ਆ ਕੇ ਘਰ ਦੀਦਾਰ ਲਿਆ। ਘਰ ਘਰ ਅੰਦਰ ਖੁਸ਼ੀਆਂ ਹੋਈਆਂ, ਸ਼੍ਰੀ ਚੰਦਰ ਅਵਤਾਰ ਲਿਆ, ਸ਼੍ਰੀ ਚੰਦਰ ਅਵਤਾਰ ਲਿਆ। ਬਾਬਾ ਸ਼੍ਰੀ ਚੰਦਰ ਜੀ ਦੇ ਬਚਪਨ ਦੀ ਨਿਰਾਲੀ ਲੀਲਾ। ਜਦੋਂ 4-5 ਸਾਲ ਦੀ ਅਵਸਥਾ ਵਿੱਚ ਬਾਲਕ ਰੂਪ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਸਨ ਤਾਂ ਸੁਲਤਾਨਪੁਰ ਵਿਖੇ ਇੱਕ ਦਿਨ
ਇੱਕ ਸਾਧੂ ਨੇ ਉਹਨਾਂ ਦੇ ਘਰ ਦੇ ਬੂਹੇ ਲਾਗੇ ਆ ਕੇ ਪਿੱਛਿਆਂ ਲਈ ਆਵਾਜ਼ ਦਿੱਤੀ। ਮਾਤਾ ਸੁਲੱਖਣੀ ਜੀ ਤੇ ਭੂਆ ਜੀ ਅੰਦਰ ਘਰੋਗੀ ਕੰਮਾਂ ਵਿੱਚ ਰੁੱਝੇ ਹੋਏ ਸਨ ਤੇ ਉਹਨਾਂ ਨੂੰ ਕੋਈ ਪਤਾ ਨਾ ਲੱਗਾ ਕਿ ਬਾਹਰ ਕੋਈ ਪਿੱਛਿਆ ਲੈਣ ਲਈ ਸੰਤ ਆਏ ਹਨ। ਪਰ ਬਾਬਾ ਜੀ ਬਾਹਰ ਡਿਉੜੀ ਲਾ ਕੇ ਆਪਣੀ ਖੇਡ ਵਿੱਚ ਮਸਤ ਸਨ। ਜਦ ਇਸ ਤਰ੍ਹਾਂ ਬੂਹੇ 'ਤੇ ਖੜੇ ਸਵਾਲੀ ਨੂੰ ਡਿੱਠਾ ਤਾਂ ਉਸ ਵੱਲ ਵੇਖ ਕੇ ਛੋਟੇ ਜਿਹੇ ਕੱਦ ਦੇ ਪਰਮੇਸ਼ਰ ਰੂਪ ਭੋਲੀ ਤੇ ਪਿਆਰੀ ਸੁੰਦਰ ਸੂਰਤ ਵਾਲੇ ਕੋਮਲ ਬੁੱਲੀਆਂ 'ਚੋਂ ਮੁਸਕਰਾਏ ਤੇ ਸੁੱਚੇ ਮੋਤੀਆਂ ਸਮਾਨ ਹਜ਼ੂਰ ਦੀਆਂ ਦੁੱਧੀ ਦੰਦੀਆਂ ਨੇ ਲਿਸ਼ਕ ਮਾਰੀ ਤੇ ਉਸ ਸੰਤ ਨੂੰ ਖੜੇ ਹੋਣ ਲਈ ਨਿੱਕੇ ਜਿਹੇ ਹੱਥਾਂ ਨਾਲ ਇਸ਼ਾਰਾ ਕਰਕੇ ਛੋਟੇ ਛੋਟੇ ਨੂਰੀ ਚਰਨਾਂ ਨਾਲ ਅੰਦਰ ਨੂੰ ਚਲੇ ਗਏ। ਸੰਤ ਨੇ ਜਦੋਂ ਦੀ ਉਸ ਬਾਲਕ ਵੱਲ ਨਜ਼ਰ ਮਾਰੀ ਸੀ ਤਾਂ ਉਸ ਰੱਬੀ ਮਿਕਨਾਤੀਸ ਨਾਲ ਉਸ ਦਾ ਲੋਹੇ ਰੂਪੀ ਦਿਲ ਖਿੱਚਿਆ ਗਿਆ ਤੇ ਖੜਾ ਹੋਇਆ ਬੈਠ ਉਸ ਬਾਲਕ ਨੂੰ ਅੰਦਰ ਜਾਂਦਿਆਂ ਵੇਖ ਰਿਹਾ ਸੀ। ਉਸ ਨੂੰ ਇਉਂ ਜਾਪਿਆ ਜਿਵੇਂ ਛੋਟੇ ਜਿਹੇ ਕੱਦ ਵਾਲੇ ਉਸ ਬਾਲਕ ਦਾ ਇਸ਼ਾਰਾ ਪਾ ਕੇ ਪੈਰ ਜ਼ਮੀਨ ਦੇ ਨਾਲ ਹੀ ਜੰਮ ਚੁੱਕੇ ਹੋਣ। ਅੱਗੇ ਤੁਰਨ ਦਾ ਹੌਸਲਾ ਵੀ ਨਾ ਪਿਆ। ਦਿਲ ਬੇਤਾਬ ਹੋ ਰਿਹਾ ਸੀ ਕਿ ਉਹ ਨੂਰੀ ਦਰਸ਼ਨ ਜਲਦੀ ਹੋਣ। ਇਸ ਤਰ੍ਹਾਂ ਅਜੇ ਸਾਧੂ ਸੋਚ ਹੀ ਰਿਹਾ ਸੀ ਕਿ ਭੋਲੇ ਭੰਡਾਰੀ ਆਪਣੇ ਭੰਡਾਰ ਵਿੱਚੋਂ ਉਸ ਸੰਤ ਨੂੰ ਬਖਸ਼ਿਸ਼ ਕਰਨ ਲਈ ਕਲੀਆਂ ਤੋਂ ਵੱਧ ਕੋਮਲ ਮੁੱਠੀ ਵਿੱਚ ਕੁਝ ਫੜ ਕੇ ਲਈ ਆ ਰਹੇ ਸਨ। ਜਦੋਂ ਦੂਰੀ ਤੋਂ ਉਸ ਨੂਰੀ ਬਾਲਕ ਨੂੰ ਸੰਤ ਜੀ ਨੇ ਡਿੱਠਾ ਤਾਂ ਉਸ ਦਾ ਦਿਲ ਚਾਵਾਂ ਨਾਲ ਉੱਛਲ ਪਿਆ। ਜਿਹੜੀਆਂ ਅੱਖਾਂ ਦਰਸ਼ਨਾਂ ਲਈ ਬੇਤਾਬ ਸਨ ਉਹ ਨੂਰੀ ਸੁਰਤ 'ਤੇ ਜਾ ਟਿਕੀਆਂ। ਆਸ ਤੇ ਉਮੀਦ ਭਰੇ ਦਿਲ ਨਾਲ ਹੱਥਾਂ ਵਿੱਚ ਫੜਿਆ ਖਾਲੀ ਕਾਂਸਾ ਅਗਾਂਹ ਵਧਾ ਦਿੱਤਾ। ਜਦੋਂ ਭਗਵਾਨ ਜੀ ਨੇ ਉਸ ਕਾਂਸੇ ਵਿੱਚ ਆਪਣੀ ਮੁੱਠੀ ਖੋਲ੍ਹੀ ਤਾਂ ਉਹ ਕਾਲਾ ਜਿਹਾ ਕਾਂਸਾ ਲਾਲ ਜਵਾਹਰਾਤ ਕੀਮਤੀ ਹੀਰਿਆਂ ਨਾਲ ਇਉਂ ਜਗਮਗਾ ਉੱਠਿਆ ਜਿਵੇਂ ਹਉਮੈ ਦੀ ਮੈਲ ਨਾਲ ਕਾਲਾ ਹੋਇਆ ਦਿਲ ਗਿਆਨ ਦੀ ਲੋਅ ਨਾਲ ਰੋਸ਼ਨ ਹੋ ਜਾਂਦਾ ਹੈ। ਸੰਤ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਡੋਰ ਭੌਰ ਹੋ ਕੇ ਆਖਣ ਲੱਗਾ, ਹੇ ਮੇਰੇ ਭਗਵਾਨ, ਮੇਰੇ ਨਿੱਕੇ ਜਿਹੇ ਰੱਬ, ਮੇਰੇ ਦਿਲ ਨੂੰ ਮੋਹਣ ਵਾਲੇ ਪਿਆਰੇ ਸ਼ਿਵ ਸਰੂਪ ਭੋਲੇ ਭੰਡਾਰੀ, ਮੈਂ ਕੁਰਬਾਨ ਜਾਵਾਂ। ਮੈਨੂੰ ਇਹ ਜਿਹੀ ਪਿੱਛਿਆ ਨਾ ਪਾਵੋ ਜਿਸ ਨਾਲ ਕਿ ਮੇਰਾ ਕੁੰਡਾ ਹੋ ਜਾਵੇ, ਮੇਰਾ ਨੁਕਸਾਨ ਹੋ ਜਾਵੇ। ਮੈਂ ਹੀਰੇ ਜਵਾਹਰਾਤਾਂ ਨੂੰ ਕੀ ਕਰਨਾ ਹੈ ਦਾਤਾ, ਆਟੇ ਦੀ ਪਿੱਛਿਆ ਪਾਵੋ। ਮੈਨੂੰ ਤਾਂ ਹਕੂਮਤ ਦੇ ਸਿਪਾਹੀ ਫੜ ਕੇ ਲੈ ਜਾਣਗੇ ਕਿ ਤੂੰ ਇਹ ਧਨ ਕਿੱਥੋਂ ਲਿਆ ਹੈ। ਅਜੇ ਇਹੋ ਜਿਹੀਆਂ ਗੱਲਾਂ ਸੰਤ ਕਰ ਹੀ ਰਿਹਾ ਸੀ ਕਿ ਅੰਦਰੋਂ ਮਾਤਾ ਸੁਲੱਖਣੀ ਜੀ ਤੇ ਭੂਆ ਨਾਨਕੀ ਜੀ ਵੀ ਬਾਹਰ ਆ ਗਏ। ਇਹ ਅਚੰਭਾ ਵੇਖ ਕੇ ਹੈਰਾਨ ਪਰੇਸ਼ਾਨ ਹੋ ਗਏ। ਫਿਰ ਬਾਬਾ ਜੀ ਨੂੰ ਕੁੱਛੜ ਚੁੱਕ ਕੇ ਨਾਨਕੀ ਜੀ ਅੰਦਰ ਲੈ ਗਏ ਤੇ ਪੁੱਛਿਆ, ਕਿੱਥੋਂ ਇਹ ਮੋਤੀ ਹੀਰੇ ਲਿਆਂਦੇ ਜੇ? ਫਿਰ ਬਾਬਾ ਜੀ ਨੇ ਕੋਮਲ ਨਿੱਕੇ ਹੱਥਾਂ ਨਾਲ ਛੋਲਿਆਂ ਦੀ ਖੁੱਲੀ ਬੋਰੀ ਵੱਲ ਹੱਥ ਕੀਤਾ, ਪਰ ਉੱਥੇ ਛੋਲਿਆਂ ਦੀ ਬੋਰੀ ਭਰੀ ਸੀ ਤੇ ਨੂਰੀ ਹੱਥਾਂ ਵਿੱਚ ਜਿੰਨੇ ਛੋਲੇ ਆਏ ਕੇਵਲ ਉਹ ਪਵਿੱਤਰ ਛੋਹ ਨਾਲ ਹੀਰੇ ਬਣ ਚੁੱਕੇ ਸਨ। ਮਾਤਾ ਸੁਲੱਖਣੀ ਜੀ ਤੇ ਭੂਆ ਨਾਨਕੀ ਜੀ ਇਹ ਕੌਤਕ ਵੇਖ ਕੇ ਬੜੇ ਪ੍ਰਭਾਵਿਤ ਹੋਏ। ਫਿਰ ਸੰਤ ਜੀ ਨੂੰ ਬੇਨਤੀ ਕੀਤੀ ਕਿ ਇਹ ਪਿੱਛਿਆ ਲੈ ਜਾਓ, ਮੌਜ ਕਰੋ। ਇਹਨਾਂ ਨੇ ਜੋ ਬਖਸ਼ਿਸ਼ ਕੀਤੀ ਹੈ ਠੀਕ ਹੈ, ਜਾਓ 4 ਦਿਨ ਦੀ ਜ਼ਿੰਦਗੀ ਦੇ ਸੌਖੇ ਗੁਜ਼ਾਰ ਲਵੋ ਤੇ ਈਸ਼ਵਰ ਦਾ ਭਜਨ ਕਰੋ। ਇਹ ਸੁਣ ਕੇ ਸੰਤ ਜੀ ਸਿਰ ਝੁਕਾ ਕੇ ਬਾਬਾ ਜੀ ਨੂੰ ਪ੍ਰਣਾਮ ਕੀਤਾ ਤੇ ਉਹਨਾਂ ਦੀ ਬਖਸ਼ਿਸ਼ ਦੇ ਗੁਣ ਗਾਉਂਦਾ ਹੋਇਆ ਅੱਗੇ ਚਲਾ ਗਿਆ। ਬਚਪਨ ਦੇ ਹੋਰ ਕੌਤਕ। ਬਾਬਾ ਸ਼੍ਰੀ ਚੰਦਰ ਜੀ ਲਗਭਗ 7 ਸਾਲ ਦੇ ਸਨ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਜਗਤ ਤਾਰਨ ਤੁਰੇ ਤਾਂ ਆਪ ਨੂੰ ਬੀਬੀ ਨਾਨਕੀ ਜੀ ਦੀ ਝੋਲੀ ਪਾ ਕੇ ਉਸ ਦਾ ਸਪੁੱਤਰ ਬਣਾ ਕੇ ਗਏ ਸਨ। ਕਿਉਂਕਿ ਬੀਬੀ ਨਾਨਕੀ ਜੀ ਦੀ ਕੋਈ ਔਲਾਦ ਨਹੀਂ ਸੀ, ਲਖਮੀ ਦਾਸ ਜੀ ਛੋਟੇ ਸਨ। ਉਹ ਮਾਤਾ ਸੁਲੱਖਣੀ ਜੀ ਸਣੇ ਆਪਣੇ ਨਾਨਕੇ ਚਲੇ ਗਏ ਸਨ। ਬਚਪਨ ਤੋਂ ਹੀ ਬਾਬਾ ਸ਼੍ਰੀ ਚੰਦਰ ਜੀ ਚੌਂਕੜੀ ਮਾਰ ਕੇ ਸਮਾਧੀ ਲਾ ਕੇ ਕਈ ਦਿਨ ਬੈਠੇ ਰਹਿੰਦੇ ਸਨ। ਸਾਹਿਬ ਸਤਿਗੁਰੂ ਨਾਨਕ ਦੇਵ ਜੀ ਵੀ ਬਾਬਾ ਸ਼੍ਰੀ ਚੰਦਰ ਜੀ ਨੂੰ ਛੋਟੇ ਹੁੰਦਿਆਂ ਨੂੰ ਹੀ ਉਪਦੇਸ਼ ਕਰਦੇ ਰਹੇ ਸਨ ਅਤੇ ਪ੍ਰਭੂ ਭਗਤੀ ਵਿੱਚ ਲਗਾਉਂਦੇ ਰਹੇ ਸਨ ਅਤੇ ਪ੍ਰਮਾਤਮਾ ਦੇ ਦਿੱਤੇ ਹੋਏ ਨਾਮ ਵਿੱਚ ਸੁਰਤ ਲਗਾਉਣ ਦੇ ਢੰਗ ਜੁਗਤੀਆਂ ਦੱਸਦੇ ਆਏ ਸਨ। ਬਿਲਕੁਲ ਪਿਤਾ ਜੀ ਵਾਂਗ ਸਾਹਿਬ ਸਤਿਗੁਰੂ ਨਾਨਕ ਜੀ ਵਾਂਗ ਮਹਾਰਾਜ ਵੀ ਸੁਰਤੀ ਕਰਤਾਰ ਦੇ ਚਰਨਾਂ ਨਾਲ ਜੋੜ ਕੇ ਅਗੰਮੀ ਸਰੂਪ ਦਾ ਰਸ ਮਾਣਦੇ ਸਨ ਤੇ ਭੁੱਲੇ ਭਟਕੇ ਜੀਆਂ ਨੂੰ ਸਤ ਧਰਮ ਦਾ ਉਪਦੇਸ਼ ਦੇ ਕੇ ਸਿੱਧੇ ਰਾਹ ਤੇ ਲਾਉਂਦੇ ਸਨ। ਕਈ ਵਾਰ ਤਾਂ ਬੱਚਿਆਂ ਵਿੱਚ ਸਮਾਧੀ ਲਾ ਕੇ ਬੈਠ ਜਾਂਦੇ ਤੇ ਕਈ ਵਾਰ ਛਪਨ ਵੀ ਹੋ ਜਾਂਦੇ। ਬਾਲਕ ਇਹ ਕੌਤਕ ਵੇਖ ਕੇ ਹੈਰਾਨ ਹੋ ਜਾਂਦੇ। ਇੱਥੇ ਹੀ ਬਸ ਨਹੀਂ, ਦੂਰ ਦੂਰ ਜੰਗਲ ਵਿੱਚ ਨਿਕਲ ਜਾਂਦੇ, ਇਕੱਲੇ ਬੈਠੇ ਰਹਿੰਦੇ, ਚੁੱਪਚਾਪ ਹੀ ਰਹਿੰਦੇ ਸਨ। ਨਾ ਜ਼ਿਆਦਾ ਕਿਸੇ ਨਾਲ ਬੋਲਦੇ ਸਨ ਤੇ ਨਾ ਹੀ ਜ਼ਿਆਦਾ ਕਿਸੇ ਸੰਸਾਰੀ ਜੀਵਾਂ ਦੇ ਵਿੱਚ ਰਲ ਕੇ ਬੈਠਦੇ ਸਨ। ਕਈ ਵਾਰ ਤਾਂ ਜੰਗਲ ਵਿੱਚ ਧੂਣਾ ਵੀ ਲਾ ਲੈਂਦੇ ਸਨ।
ਸ਼ੇਰ, ਚਿਤਰੇ, ਲੂੰਮੜੀਆਂ ਹੋਰ ਭਿਆਨਕ ਜਾਨਵਰ ਆਪ ਜੀ ਦੀ ਪਰਿਕਰਮਾ ਕਰਕੇ ਆਪ ਦੇ ਚਰਨਾਂ ਵਿੱਚ ਬੈਠ ਜਾਂਦੇ ਸਨ। ਕਈ ਵਾਰ ਸ਼ੇਰ, ਬੱਕਰੀ, ਹਾਥੀ, ਬਘਿਆੜ ਆਦਿਕ ਆਪ ਜੀ ਪਾਸ ਬਹੁਤ ਸਮਾਂ ਬੈਠੇ ਰਹਿੰਦੇ ਸਨ, ਕਿਉਂਕਿ ਆਪ ਜੀ ਦੀ ਇੱਕ ਅਗੰਮੀ ਸ਼ੋਭ ਦੇ ਵਿੱਚ ਇੱਕ ਅਜਿਹਾ ਚਮਤਕਾਰ ਸੀ ਕਿ ਆਪ ਆਪਣੇ ਸਰੂਪ ਦੇ ਵਿੱਚ ਜਦੋਂ ਸਮਾਧੀ ਸਥਿਤ ਹੁੰਦੇ ਸਨ ਤਾਂ ਆਲਾ ਦੁਆਲਾ ਵੀ ਬਰਫ਼ ਦੀ ਤਰ੍ਹਾਂ ਠਰ ਜਾਂਦਾ ਸੀ। ਸਭ ਜੀਵਾਂ ਨੂੰ ਆਪ ਦੀ ਉਸ ਸ਼ੋਭ ਪ੍ਰਾਪਤ ਮਹਿਸੂਸ ਹੁੰਦੀ ਸੀ। ਆਪ ਦੀ ਬਖਸ਼ਿਸ਼ ਦਾ ਅਹਿਸਾਸ ਸਭ ਜੀਵਾਂ ਨੂੰ ਹੁੰਦਾ ਸੀ। ਲੋਕਾਂ ਨੇ ਕਈ ਵਾਰ ਆ ਕੇ ਜੈ ਰਾਮ ਤੇ ਬੀਬੀ ਨਾਨਕੀ ਨੂੰ ਦੱਸਿਆ ਕਿ ਤੁਹਾਡਾ ਨਿੱਕਾ ਜਿਹਾ ਬਾਲਕ ਹਾਥੀਆਂ, ਸ਼ੇਰਾਂ ਨਾਲ ਜੱਫੀਆਂ ਪਾ ਕੇ ਕਈ ਪ੍ਰਕਾਰ ਦੀਆਂ ਖੇਡਾਂ ਕਰਦਾ ਹੈ, ਜਿਸ ਤੋਂ ਘਬਰਾ ਕੇ ਕੁਝ ਬੰਦੇ ਆਪ ਨੂੰ ਲਿਆਉਣ ਲਈ ਭੇਜੇ। ਜਦੋਂ ਬੰਦੇ ਸੰਘਲੇ ਜੰਗਲਾਂ ਵਿੱਚ ਪਹੁੰਚੇ ਤਾਂ ਦੂਰੋਂ ਦੇਖਿਆ ਆਪ ਦੇ ਧੂਣੇ ਦੇ ਇਰਦ ਗਿਰਦ ਕਈ ਤਰ੍ਹਾਂ ਦੇ ਜਾਨਵਰ, ਸ਼ੇਰ, ਚਿਤਰੇ, ਸੱਪ ਝੁਰਮਟ ਪਾਈ ਬੈਠੇ ਹਨ। ਇਸ ਕੌਤਕ ਨੂੰ ਵੇਖ ਕੇ ਉਹ ਬੰਦੇ ਤਾਂ ਡਰ ਕੇ ਮੁੜ ਆਏ ਤੇ ਆਪਸ ਵਿੱਚ ਵਿਚਾਰਾਂ ਕਰਦੇ ਕਿ ਇਹ ਕੋਈ ਮਹਾਨ ਸ਼ਕਤੀ ਸੰਸਾਰ ਵਿੱਚ ਆਈ ਹੈ, ਜੋ ਏਡੇ ਖਤਰਨਾਕ ਜੰਗਲੀ ਜਾਨਵਰ ਵੀ ਇਸ ਦੀ ਗਵਾਹੀ ਭਰਦੇ ਹਨ, ਹਾਜ਼ਰੀ ਭਰਦੇ ਹਨ। ਬੇਬੇ ਨਾਨਕੀ ਜੀ ਪਹਿਲੇ ਇਹ ਸਮਝਦੀ ਸੀ ਕਿ ਇਹ ਕੋਈ ਅਵਤਾਰੀ ਬਾਲਕ ਹੈ, ਪਰ ਇਹ ਚਮਤਕਾਰ ਦੇਖ ਕੇ ਬੇਬੇ ਨਾਨਕੀ ਦੇ ਸਾਰੇ ਭਰਮ ਭੁਲੇਖੇ ਦੂਰ ਹੋ ਗਏ। ਭੂਆ ਨਾਨਕੀ ਦੇ ਮਨ ਵਿੱਚ ਇੱਛਾ ਹੋਈ ਕਿ ਇੱਕ ਵਾਰ ਜ਼ਰੂਰ ਆਪ ਨੂੰ ਮਿਲ ਕੇ ਮਨ ਦੀਆਂ ਗੱਲਾਂ ਕਰਾਂ। ਭੂਆ ਦੇ ਅੰਤਰੀਬ ਫੁਰਨੇ ਨੂੰ ਜਾਣ ਕੇ ਦਿਨ ਸਵੇਰੇ ਹੀ ਆਪ ਨੇ ਆ ਕੇ ਭੂਆ ਨੂੰ ਦਰਸ਼ਨ ਦਿੱਤੇ ਤੇ ਪੁੱਛਿਆ, ਦੱਸੋ ਕਿਸ ਲਈ ਯਾਦ ਕੀਤਾ ਹੈ। ਜਾਣੀ ਜਾਣ ਭਤੀਜੇ ਨੂੰ ਵੇਖ ਕੇ ਭੂਆ ਖੁਸ਼ੀਆਂ 'ਚ ਫੁੱਲੀ ਨਾ ਸਮਾਈ ਤੇ ਆਪ ਜੱਫੀ 'ਚ ਲੈ ਕੇ ਪਿਆਰ ਕਰਨ ਲੱਗੀ ਅਤੇ ਕਹਿਣ ਲੱਗੀ ਕਿ ਮੇਰਾ ਦਿਲ ਉਦਾਸ ਸੀ, ਆਪ ਦੇ ਦਰਸ਼ਨਾਂ ਦੀ ਇੱਛਾ ਸੀ, ਚਾਹ ਸੀ। ਇੰਨੇ ਵਿੱਚ ਸਾਰੀਆਂ ਆਂਢਣਾ ਗੁਆਂਢਣਾ ਤੇ ਹੋਰ ਕੁਝ ਲੋਕ ਇਕੱਠੇ ਹੋ ਕੇ ਰੋਣ ਲੱਗ ਪਏ ਤੇ ਸਾਰੇ ਹੀ ਆਪਣੇ ਚਰਨਾਂ ਵਿੱਚ ਢਹਿ ਪਏ ਤੇ ਆਪ ਨੂੰ ਘਰੋਂ ਨਾ ਜਾਣ ਦਾ, ਘਰ ਤੋਂ ਬਾਹਰ ਪੈਰ ਨਾ ਪਾਉਣ ਦਾ, ਉਹਨਾਂ ਨੂੰ ਨਾ ਛੱਡਣ ਦਾ ਤਰਲਾ ਕੀਤਾ। ਪਰ ਆਪ ਜੀ ਆਪਣੀ ਅਗੰਮੀ ਮਸਤੀ ਦੇ ਵਿੱਚ ਕਈ ਵਾਰ ਅੱਧੀ ਰਾਤ ਨੂੰ ਉੱਠ ਕੇ ਬੈਠ ਜਾਂਦੇ, ਸਮਾਧੀ ਸਥਿਤ ਹੋ ਜਾਂਦੇ ਅਤੇ ਕਈ ਵਾਰ ਰਾਤ ਨੂੰ ਹੀ ਘਰੋਂ ਬਾਹਰ ਨਿਕਲ ਤੁਰਦੇ। ਆਪ ਨੇ ਸਭ ਨੂੰ ਆਸ਼ੀਰਵਾਦ ਦੇ ਕੇ ਆਖਿਆ ਕਿ ਜਗਤ ਮਿਥਿਆ ਹੈ, ਸਭ ਪਦਾਰਥ ਝੂਠੇ ਹਨ, ਦੁੱਖ ਰੂਪ ਹਨ, ਤ੍ਰੈ ਗੁਣ ਦੇ ਵਿੱਚ ਹਨ। ਸੰਸਾਰ ਦਾ ਮੋਹ ਦੁੱਖਾਂ ਦਾ ਘਰ ਹੈ, ਮਾਇਆ ਨਾਗਣੀ ਹੈ। ਇਸ ਦਾ ਡੰਗ ਜਿਸ ਨੂੰ ਲੱਗੇਗਾ ਉਹ ਨਰਕਾਂ ਤੋਂ ਨਹੀਂ ਬਚੇਗਾ। ਇਸ ਲਈ ਅਸੀਂ ਸੰਸਾਰਕ ਪਦਾਰਥਾਂ ਨੂੰ ਤਿਆਗ ਕੇ ਘਰ-ਬਾਰ ਤੋਂ ਪਰੇ ਹਾਂ। ਅਸੀਂ ਸੰਸਾਰ ਦੇ ਤਿੰਨਾਂ ਗੁਣਾਂ ਤੋਂ ਪਰੇ ਵਿਚਰਨ ਵਾਲੇ ਸਤ ਸਰੂਪ ਨੂੰ ਪਛਾਣ ਕੇ ਉਸ ਵਿੱਚ ਸਮਾ ਜਾਣਾ ਹੈ। ਸਾਡਾ ਇਸ ਸੰਸਾਰ ਦੇ ਨਾਲ, ਇਸ ਨਾਸ਼ਵਾਨ ਸੰਸਾਰ ਦੇ ਨਾਲ, ਸੁਪਨਾ ਰੂਪ ਸੰਸਾਰ ਨਾਲ ਕੋਈ ਮਤਲਬ ਨਹੀਂ ਹੈ ਅਤੇ ਸਾਰਾ ਸੰਸਾਰ ਹੀ ਦੁੱਖ ਰੂਪ ਹੈ। ਇਸ ਦੇ ਦੁੱਖ ਦੂਰ ਕਰਨੇ ਹਨ। ਤੁਸੀਂ ਲੋਕ ਧਰਮ ਦੀ ਕਮਾਈ ਕਰੋ, ਸੱਚ ਬੋਲੋ, ਸੇਵਾ ਕਰੋ, ਲੋਕ ਪਰਲੋਕ ਸਫਲ ਹੋਵੇਗਾ। ਸਾਡੇ ਹਿੱਸੇ ਬਹੁਤ ਕੰਮ ਹਨ ਜੋ ਕਰਨੇ ਹਨ। ਇੰਨਾ ਕਹਿ ਕੇ ਆਪ ਜੰਗਲਾਂ ਵਿੱਚ ਜਾ ਕੇ ਆਪਣੇ ਆਤਮ ਸਰੂਪ ਦੇ ਵਿੱਚ ਸਥਿਤ ਹੋ ਗਏ, ਸਮਾਧੀ ਸਥਿਤ ਹੋ ਗਏ। ਆਪ ਜੀ ਨੇ ਕਾਬਲ, ਸਿੰਧ, ਹੈਦਰਾਬਾਦ, ਚੰਬਾ, ਕਸ਼ਮੀਰ, ਅਫਗਾਨਿਸਤਾਨ, ਦੂਰ ਮੁਲਕਾਂ ਵਿੱਚ ਜਾ ਕੇ ਅਨੇਕਾਂ ਕੌਤਕ ਵਿਖਾਏ। ਅਭਿਮਾਨੀਆਂ ਦੇ ਮਾਨ ਚਕਣਾ ਚੂਰ ਕੀਤੇ, ਦੁਖੀਆਂ ਗਰੀਬਾਂ ਨੂੰ ਗਲੇ ਲਾ ਕੇ ਉਹਨਾਂ ਦੀ ਸਹਾਇਤਾ ਕੀਤੀ। ਸਤਿਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ, ਉਪਦੇਸ਼ ਅਨੁਸਾਰ ਸਾਰੀ ਜ਼ਿੰਦਗੀ ਉਦਾਸੀਨ ਹੀ ਵਿਚਰਦੇ ਰਹੇ। ਆਪਣੇ ਜੀਵਨ ਵਿੱਚ ਆਪਣੇ ਰਹਿਣ ਲਈ ਕੋਈ ਕੁਟੀਆ ਤੱਕ ਨਾ ਬਣਾਈ। ਆਪ ਜੀ ਦੀ ਮਿਹਰ ਸਦਕਾ ਲੱਖਾਂ ਲੋਕਾਂ ਨੇ ਗੁਰਸਿੱਖੀ ਦੇ ਰਸਤੇ ਨੂੰ ਅਪਣਾਇਆ, ਸਾਹਿਬ ਸਤਿਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਅਪਣਾਇਆ ਅਤੇ ਇਸ ਨਾਸ਼ਵਾਨ ਸੰਸਾਰ ਤੋਂ ਮੁਕਤ ਪਦਾਰਥ ਨੂੰ ਪ੍ਰਾਪਤ ਹੋਏ, ਮੁਕਤੀ ਨੂੰ ਪ੍ਰਾਪਤ ਹੋਏ। ਜਿਸ ਤਰ੍ਹਾਂ ਅੱਜ ਸਾਹਿਬ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਦੀ ਜਨਮ ਸਾਖੀ ਵਿੱਚੋਂ ਕਥਾ ਦੀ ਸ਼ੁਰੂਆਤ ਹੋਈ ਹੈ, ਇਸੇ ਤਰ੍ਹਾਂ ਸਮੂਹ ਸਾਧ ਸੰਗਤ ਜੀ ਦੇ ਸਨਮੁਖ ਧੰਨ ਧੰਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਦੀ ਜਨਮ ਸਾਖੀ ਦੀ ਲੜੀਵਾਰ ਕਥਾ ਚੱਲਦੀ ਰਹੇਗੀ। ਆਪ ਜੀ ਦੇ ਸਨਮੁਖ ਰੱਖਦੇ ਰਹਾਂਗੇ। ਹੋਈਆਂ ਭੁੱਲਾਂ ਚੁੱਕਾਂ ਦੇ ਲਈ ਸਮੂਹ ਸਾਧ ਸੰਗਤ ਦੇ ਅੱਗੇ ਖਿਮਾ ਦੇ ਜਾਚਕ ਹਾਂ ਅਤੇ
ਆਪ ਜੀ ਦੀ ਸਹੂਲਤ ਦੇ ਲਈ ਆਪ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਘੰਟੀ ਨੂੰ ਦੇ ਬਟਨ ਨੂੰ ਜ਼ਰੂਰ ਦਬਾਓ ਤਾਂ ਕਿ ਆਪ ਜੀ ਨੂੰ ਇਸ ਕਥਾ ਦੇ ਅਪਲੋਡ ਹੋਣ ਸਮੇਂ ਹੀ ਨੋਟੀਫਿਕੇਸ਼ਨ ਮਿਲਦਾ ਰਹੇ ਅਤੇ ਆਪ ਜੀ ਲੜੀਵਾਰ ਕਥਾ ਦਾ ਆਨੰਦ ਸਹੀ ਸਮੇਂ ਤੇ ਮਾਣਦੇ ਰਹੋ। ਇਸੇ ਵਿਚਾਰਾਂ ਨੂੰ ਰੱਖਦੇ ਹੋਏ ਹਾਜ਼ਰੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।